ਜਦੋਂ ਤੋਂ 2014 ਦੇ ਵਿੱਚ ਸਰਕਾਰ ਬਣੀ ਹੈ, ਉਹਨਾਂ ਨੇ ਜਿੱਥੇ ਦੇਸ਼ ਦੀ ਤਰੱਕੀ, ਦੇਸ਼ ਦੇ ਮਾਨ ਸਨਮਾਨ ਦੀ ਗੱਲ, ਦੇਸ਼ ਦੇ ਅੰਦਰੂਨੀ ਸੁਰੱਖਿਆ ਨੂੰ ਚਾਹੇ ਮਜ਼ਬੂਤ ਕਰਨ ਦੀ ਗੱਲ ਹੋਵੇ, ਉਹਨਾਂ ਨੇ ਇੱਕੋ ਹੀ ਨਾਰਾ ਦਿੱਤਾ ਕਿ ਸਭ ਕਾ ਸਾਥ ਸਭ ਕਾ ਵਿਕਾਸ। ਔਰ ਦੂਜਾ ਨਾਰਾ ਉਹਨਾਂ ਨੇ ਜਦੋਂ ਦੂਜੀ ਵਾਰ ਸਰਕਾਰ ਬਣੀ ਭਾਗ 2 ਤੇ ਉਹਨਾਂ ਨੇ ਕਿਹਾ ਸਭ ਕਾ ਸਾਥ ਸਭ ਕਾ ਵਿਸ਼ਵਾਸ। ਇਹ ਸਭ ਕਾ ਵਿਸ਼ਵਾਸ ਵੀ ਉਹਨਾਂ ਦੇ ਨਾਲ ਉਹਨਾਂ ਨੇ ਜੋੜਿਆ। ਤਾਂ ਅੱਜ ਜਿੱਥੇ ਮੈਂ ਤੁਹਾਡੇ ਸਾਹਮਣੇ ਉਹਨਾਂ ਦੀਆਂ 1 ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨਾ ਹੈ, ਉਹਦੇ ਵਿੱਚ ਮੈਂ ਕਹਿ ਸਕਦਾ ਕਿ ਸਭ ਤੋਂ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਜਨ ਸੰਘ ਦੇ ਰੂਪ ਦੇ ਵਿੱਚ ਆਈ ਤੇ ਉਹਨੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਪ੍ਰਤੀ ਜੋ ਸੰਘਰਸ਼ ਕੀਤਾ, ਜਿੱਥੋਂ ਸਾਡੀ ਉਪਜ ਹੋਈ, ਉਸ ਦੇ ਤਹਿਤ ਜਿਹੜਾ ਸਾਡੇ ਦੇਸ਼ ਤੇ ਇੱਕ ਕਲੰਕ ਸੀ 370 ਧਾਰਾ 35A, ਉਹਨੂੰ ਖਤਮ ਕਰਨ ਦੀ ਜਿਹੜੀ ਗੱਲ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕਦੇ ਸੋਚੀ ਨਹੀਂ ਸੀ ਔਰ ਨਾ ਹੀ ਦੇਸ਼ ਦਾ ਕੋਈ ਵਿਅਕਤੀ ਸੋਚ ਸਕਦਾ ਸੀ। ਇਹੋ ਜਿਹਾ ਦ੍ਰਿੜ ਇਰਾਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ, ਉਹਨਾਂ ਨੇ ਲੈ ਕੇ ਇਹ ਦੇਸ਼ ਤੋਂ ਕਲੰਕ ਦੂਰ ਕੀਤਾ ਔਰ 370 ਜਿਹੜੀ ਧਾਰਾ ਸੀ ਔਰ ਜਿਹੜੀ 35A ਨਾਲ ਸੀ, ਉਹਨੂੰ ਸਾਰੀ ਨੂੰ ਖਤਮ ਕਰਕੇ ਜਿਹੜਾ ਸਾਡਾ ਜੰਮੂ ਕਸ਼ਮੀਰ ਹੈ ਉੱਥੇ ਅਮਨ ਸ਼ਾਂਤੀ ਬਹਾਲੀ ਦੀ ਗੱਲ ਕੀਤੀ ਹੈ। ਤਾਂ ਮੈਂ ਸਮਝਦਾ ਕਿ ਇਹ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਹੈ ਜਿਹੜਾ ਭਾਰਤ ਦੇ ਸੁਨਹਿਰੀ ਪੰਨਿਆਂ ਦੇ ਉੱਪਰ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜਾ ਦ੍ਰਿੜ ਇਰਾਦਾ ਕਰਕੇ ਇਹ ਫੈਸਲਾ ਕੀਤਾ। ਕਿਉਂਕਿ ਕਾਂਗਰਸ ਨੇ ਸਿਰਫ ਰਾਜਨੀਤੀ ਕਰਨ ਖਾਤਰ ਇੱਥੇ ਕੁਝ ਪਰਿਵਾਰਾਂ ਨੂੰ ਕੁਝ ਲਾਭ ਦੇ ਕੇ ਉਹ ਵੋਟਾਂ ਲੈਂਦੀ ਰਹੀ ਤੇ ਇਸ ਮਸਲੇ ਨੂੰ ਸੁਲਝਾਉਣ ਦੇ ਵਿੱਚ ਉਹਨੇ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ। ਦੂਜਾ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ CAA ਦਾ ਐਕਟ ਪਾਸ ਕੀਤਾ, ਨਾਗਰਿਕਤਾ ਦਾ ਬਿੱਲ, ਉਹਦੇ ਵਿੱਚ ਜਦੋਂ ਸਾਡੇ ਦੇਸ਼ ਦੀ ਵੰਡ ਹੋਈ ਤਾਂ ਸਾਡੇ ਦੇਸ਼ ਦੇ 6 ਜਿਹੜੇ ਜਾਤੀ ਦੇ ਲੋਕ ਨੇ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਸਿੱਖ, ਹਿੰਦੂ, ਈਸਾਈ, ਬੋਧੀ, ਜੈਨ, ਜਿਹੜੇ ਘੱਟ ਗਿਣਤੀ ਦੇ ਵਿੱਚ ਦੂਸਰੇ 3 ਦੇਸ਼ਾਂ ਦੇ ਵਿੱਚ ਬੰਗਲਾਦੇਸ਼, ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਰਹੇ ਔਰ ਉੱਥੇ ਜਿਨ੍ਹਾਂ ਦੀ ਆਬਾਦੀ 27% ਸੀ, ਅੱਜ ਜੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਉੱਥੇ ਆਬਾਦੀ ਉਹਨਾਂ ਦੀ 2% ਰਹਿ ਗਈ। ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਾਂ ਤਾਂ ਉਹਨਾਂ ਨੇ ਧਰਮ ਪਰਿਵਰਤਨ ਕਰ ਲਿਆ ਜਾਂ ਉਹਨਾਂ ਲੋਕਾਂ 'ਤੇ ਤਸ਼ੱਦਦ ਕੀਤਾ ਗਿਆ, ਉਹ ਲੋਕ ਮਾਰੇ ਗਏ ਤੇ ਜਿਹੜੇ ਲੋਕਾਂ ਨੇ ਆ ਕੇ ਸਾਥੋਂ ਤੇ ਸ਼ਰਨ ਮੰਗੀ, ਸ਼ਰਨਾਰਥੀ ਬਣੇ, ਤੇ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਕੰਮ ਜੇ ਦ੍ਰਿੜ ਇਰਾਦੇ ਨਾਲ ਕੀਤਾ ਹੈ ਤਾਂ ਉਹ ਸਾਡੀ ਕੇਂਦਰ ਦੀ ਸਰਕਾਰ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਹੈ, ਇਹ ਉਹਨਾਂ ਨੇ ਕਰਕੇ ਵਿਖਾਇਆ। ਪਰ ਜਦੋਂ ਇਹ ਲਾਗੂ ਹੋਇਆ, ਬਿੱਲ ਐਕਟ ਪਾਸ ਹੋਇਆ, ਤਾਂ ਵਿਰੋਧੀ ਪਾਰਟੀਆਂ ਨੇ ਬੜਾ ਰੌਲਾ ਚੱਕਿਆ। ਉਹਨਾਂ ਨੇ ਕਿਹਾ ਜੀ ਨਾਗਰਿਕਤਾ ਖਤਮ ਹੋ ਜਾਊਗੀ, ਕਿਸੇ ਨੂੰ ਨੁਕਸਾਨ ਹੋਊਗਾ। ਅਸੀਂ ਪਹਿਲਾਂ ਵੀ ਇਹ ਗੱਲ ਕਹੀ ਕਿ ਇਹ ਬਿੱਲ ਹੈ ਜਿਹੜਾ ਇਹ ਨਾਗਰਿਕਤਾ ਦੇਣ ਦਾ, ਨਾ ਕਿ ਖੋਹਣ ਦਾ। ਅੱਜ ਇੱਕ ਵੀ ਅਜਿਹਾ ਕੋਈ ਵਿਅਕਤੀ ਨਹੀਂ ਕਹਿ ਸਕਦਾ ਕਿ ਕਿਸੇ ਇਸ ਐਕਟ ਦੇ ਪਾਸ ਹੋਣ ਨਾਲ ਕਿਸੇ ਦੀ ਨਾਗਰਿਕਤਾ ਖੋਹੀ ਗਈ ਹੋਵੇ। ਤੀਜਾ ਕੰਮ ਸਾਡੀ ਸਰਕਾਰ ਨੇ, ਅਸੀਂ ਖਾਸ ਤੌਰ ਤੇ ਜਿਹੜਾ ਸਾਡਾ ਸਿੱਖ ਭਾਈਚਾਰਾ, ਅਸੀਂ ਪੰਜਾਬ ਦੇ ਲੋਕ ਗੁਰੂ ਸਾਹਿਬ ਨੂੰ ਮੰਨਣ ਵਾਲੇ, ਜਿਹਦੇ ਅਸੀਂ ਵਿਸ਼ਵਾਸ ਰੱਖਦੇ ਹਾਂ, ਅਸੀਂ ਹਮੇਸ਼ਾ ਹੀ ਆਪਣੀ ਅਰਦਾਸ ਵਿੱਚ ਕਹਿੰਦੇ ਸੀ ਕਿ ਜਿਹੜੇ ਸਾਡੇ ਗੁਰਧਾਮ ਸਾਥੋਂ ਵਿਛੜ ਗਏ, ਪਾਕਿਸਤਾਨ ਚਲੇ ਗਏ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਰਹਿ ਗਏ, ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਮੌਕਾ ਦਿੱਤਾ ਜਾਵੇ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਦੋਂ 550 ਅਸੀਂ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਤਾਂ ਉਹਦੇ ਉੱਤੇ ਬਹੁਤ ਵੱਡਾ ਇੱਕ ਇਤਿਹਾਸਕ ਫੈਸਲਾ ਕੀਤਾ ਕਿ ਕਰਤਾਰਪੁਰ ਦਾ ਲਾਂਘਾ ਕੋਰੀਡੋਰ ਬਣਾ ਕੇ ਜਿਹੜਾ ਉਹਨਾਂ ਨੇ ਦਿੱਤਾ ਸਾਨੂੰ, ਇਹ ਵੀ ਇੱਕ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਜਾਣ ਵਾਲਾ ਕਦਮ ਹੈ ਕਿ ਜਿਹੜਾ ਉਹਨਾਂ ਨੇ ਇੱਕ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ, ਮੈਂ ਸਮਝਦਾ ਕਿ ਸਾਡੀ ਸਾਰਿਆਂ ਦੀ ਅਰਦਾਸ ਗੁਰੂ ਸਾਹਿਬ ਨੇ ਪੂਰੀ ਕੀਤੀ ਹੈ ਔਰ ਮੋਦੀ ਜੀ ਨੂੰ ਇਹ ਬਲ ਬਖਸ਼ਿਆ ਗੁਰੂ ਸਾਹਿਬ ਨੇ ਕਿ ਉਹਨਾਂ ਨੇ ਜਿਹੜਾ ਇਹ ਫੈਸਲਾ ਕੀਤਾ ਹੈ, ਇਹ ਬਹੁਤ ਹੀ ਇਤਿਹਾਸਕ ਫੈਸਲਾ ਹੈ। ਇਸ ਤੋਂ ਬਾਅਦ ਜਿਹੜਾ ਲੰਮੀ ਸਮੇਂ ਤੋਂ, ਬਹੁਤ ਸਦੀਆਂ ਤੋਂ ਜਿਹੜਾ ਰਾਮ ਜਨਮ ਭੂਮੀ ਦਾ ਮਸਲਾ ਸੀ, ਬੜਾ ਉਲਝਿਆ ਹੋਇਆ ਸੀ ਔਰ ਜਿਹੜੀਆਂ ਪਾਰਟੀਆਂ ਨੇ ਲੰਮਾ ਸਮਾਂ ਰਾਜ ਕੀਤਾ, ਉਹਨਾਂ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ। ਲੇਕਿਨ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਭਾਗ 2 ਦੇ ਵਿੱਚ ਉਹਨਾਂ ਨੇ ਆ ਕੇ ਆਪਣਾ ਕਾਰਜ ਜਿਹੜਾ ਭਾਗ ਸੀ ਸਾਂਭਿਆ, ਉਹਨਾਂ ਨੇ, ਮੈਂ ਕਹਿ ਸਕਦਾ ਕਿ ਕਾਨੂੰਨ ਰਾਹੀਂ ਮਾਨਯੋਗ ਸੁਪਰੀਮ ਕੋਰਟ ਅਦਾਲਤ ਤੋਂ ਇਹ ਫੈਸਲਾ ਕਰਾ ਕੇ ਉਹਨਾਂ ਨੇ ਬੜੀ ਸ਼ਾਂਤੀ ਦੇ
अमन शांति ढंग दे नाल ये फैसला जिहड़ा करवा के लागू करवाया और इनू बनाउण दे विच जिहड़े लखां लोकां दी आस्था जुड़ी हुई सी राम जन्म भूमि मंदिर दे नाल उहनू बनाउण दे लई ट्रस्ट का जिहड़ा गठन है वो भी कर दिता गया। ये भी मैं समझदा कि एक बहुत बड़ा इतिहासक फैसला है जिहड़ा कि हमेशा कांग्रेस इलैक्शन वेले इहनू वोटां दी राजनीति करके अपना मुद्दा बनाउंदी सी। हुण जे असीं गल करिए 3 तलाक दी, ट्रिपल तलाक जिहड़ा कि साडीआं मुस्लिम भैणां जिहड़ियां सीगीआं इस कानून दे अंदर जिहड़ा 3 तलाक वाला सी उन्हां ते बड़ा तशद्दद हुंदा सी और उन्हां नूं सिर्फ 3 वारी तलाक तलाक कह के आधारना मेरे को यह जिहियां है कि जे किसी दे कोई दाल सब्जी च नून भी वध पै गया जां माड़ी मोटी गलती हो गई भैन तो उन्होंने तलाक तलाक कह के तशद्दद करके उन्होंने घरों कढ़ दिता जाता सी। और मोदी साहब जदों आए उन्होंने कहा कि मेरे देश दीयां मुस्लिम जिहड़ियां भैणां ने उन्हां दे नाल धक्का नहीं होना चाहिए। उन्होंने ये भी जिहड़ा सीगा कानून ट्रिपल तलाक वाला पास करवा के मैं समझदा साडीआं मुस्लिम जिहड़ियां भैणां ने उन्हां नूं बहुत वड्डी राहत दित्ती है। उन्हां लई बड़ी खुशी की गल कीती है जिहड़ा कि अज मुस्लिम भैणां भी साडे मोदी साहब का इस गल लई स्वागत कर रहीआं ने। उस तो बाद जे असीं गल करिए कि अज जिथे करोना महामारी दे विच सारा देश लड़ाई लड़ रहा है उत्थे साडे देश के प्रधानमंत्री श्री नरेंद्र मोदी के जिहड़े फैसले ने उन्हां फैसलिਆਂ नूं जिहड़ा विश्व है वो भी मन रहा है। जिस तरह उन्होंने भारत की आबादी देखदिआं लॉकडाउन की गल की तो उसका साडे देशवासियों ने साथ भी दिता कि चाहे वो किसान है, चाहे वो व्यापारी है, चाहे वो मजदूर है और मजदूरों के खात्यां दे विच भी 3-3 हज़ार रुपया केंद्र की सरकार वालों उन्हां दे खात्यां दे विच भेजिया गया। इस करके जिथे अज असी सारे देश दे विच इस महामारी के दौरान करोना के नाल लड़ाई लड़ रहे हैं उत्थे मैं तुहाडे जरिए ये भी दसना चाहना है कि साडे पार्टी के कौमी प्रधान श्री JP नड्डा जी उन्हां दी अगवाई दे विच उन्हां ने कहा कि भारतीय जनता पार्टी का हर वर्कर घर घर जाके महल्लियां च जाके झुग्गियां झोपड़ियां जाके गरीबां की मदद करे, खाना देवे, पैकेट वंडे। उत्थे साडे पंजाब के प्रधान श्री अश्विनी शर्मा जी उन्हां दे दिशा निर्देशां अनुसार मैं कह सकदा कि भारतीय जनता पार्टी के वर्करां ने इस महामारी के दौरान घरों निकल के लखां की तादाद दे विच जिहड़े पैकेट है उन्होंने वंडे और किसी नूं ये गल नहीं हुई महसूस हुई कि इन्नी बंदिश के दौरान कोई इंसान कोई भुखा रहा होवे, किसी नूं खाण नूं रोटी ना मिली होवे, किसी नूं कोई दुध ना मिलिया होवे। भारतीय जनता पार्टी का सिपाही सड़कों के उत्ते आके दवाइयां भी बनता रहा। अज सानूं इस गल की खुशी है कि साडे देश के प्रधानमंत्री जी ने एडे वड्डे फैसले लैके उन्होंने कहा कि मैं जो कहा मैं करके विखाऊँगा और उन्होंने किया। उन्होंने एको ही नारा दे के कि सबका साथ, सबका विकास ते सबका विश्वास उस तरीके नाल सरकार चलाई है। तो जे मैं अज गल करा पंजाब सरकार दी दे नाल जोड़ां तो बड़ी दुख की गल है कि जिहड़ा 1 करोड़ 42 लाख लोकां लई पंजाब की जिहड़ी पूरी आबादी है 3.25 करोड़ है, 1 करोड़ 42 लाख लोकां लई जिहड़ा उन्होंने अनाज इत्थे घल्लिया ते बदकिस्मती पंजाब सरकार ने वो 10% भी नहीं वंडिया। किन्नी इन्हां ने उहदे विच जिहड़ी हैगी रोकण की कोशिश की गई और साडी पार्टी वालों एक दिन का उपवास रख के असी कांग्रेस नूं मजबूर करता कि इन्हां नूं डिपूआं ते वंडो और डिपूआं ते वंडण वेले भी इन्हां ने पार्शैलिटी की कि जिहड़े इन्हां दे MC सी जां जिहड़े MLA ने एक नवीं रीत चलाई है कि इन्हां ने जिहड़े नीले कार्ड सी कट्टते पर हुण MLA उहदी रिकमेंडेशन कर रहे हैं कि जिहनूं MLA रिकमेंड करूगा उहनूं अनाज दिता जाऊगा। पर केंद्र ने यह गल कहती कि जे किसी का नीला कार्ड कट्टिया भी गया तो उहनूं भी असीं अनाज देवांगे, उहनूं घबराउण की लोड़ नहीं है। तो मैं कह सकदा कि अज इस करोना की जंग दे विच जिथे देश के प्रधानमंत्री नरेंद्र मोदी जी की अगवाई च सारे देश लड़ाई लड़ रहे हैं और सेध लै रहे हैं, उत्थे जिहड़ी पंजाब सरकार है वो अपने हर महाज ते फेल हुई है। चाहे वो सिक्ख्या का खेत्र है, चाहे वो विद्या का खेत्र है, चाहे वो किसी प्रकार दीयां सहूलतां है, इन्हां दा कोई तालमेल नहीं। अज पंजाब दे विच शराब घटाला, अज पंजाब दे विच अनाज घटाला, अज पंजाब दे विच बीज घटाला, इहो जे घटाले हो रहे हैं
ਤੇ ਉਹ ਵੀ ਉਹਨਾਂ ਮਹਿਕਮਿਆਂ ਦੇ ਘਟਾਲੇ ਹੋ ਰਹੇ ਆ। ਮੈਂ ਤੁਹਾਡੇ ਜਰੀਏ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਨਾਂ ਦੋਨਾਂ ਮਹਿਕਮਿਆਂ ਦਾ ਜਿਹੜਾ ਇੰਚਾਰਜ ਹੋ, ਇਹਨਾਂ ਦੋਨਾਂ ਮਹਿਕਮਿਆਂ ਦਾ ਤੁਹਾਡੇ ਕੋਲ ਹੀ ਕਾਰਜ ਹੈ ਤੇ ਤੁਹਾਡੀ ਅਗਵਾਈ ਦੇ ਵਿੱਚ ਇਹੋ ਜਿਹੇ ਘਪਲੇ ਹੋਣੇ ਤਾਂ ਇਹਦੇ ਲਈ ਦੋਸ਼ੀ ਵੀ ਤੁਸੀਂ ਹੋ। ਸੋ ਇਸ ਕਰਕੇ ਅੱਜ ਤੁਹਾਡੇ ਜਰੀਏ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਿਹੜੇ ਘਪਲੇ ਹੋਏ ਨੇ, ਕਿਉਂਕਿ ਇਹਨਾਂ ਘਪਲਿਆਂ ਦੇ ਦੌਰਾਨ ਇਹਨਾਂ ਨੇ ਜਿਹੜੇ ਇਹਨਾਂ ਦੇ ਅਫਸਰ ਸੀ ਉਹਨਾਂ ਨੇ ਵੀ ਇਹਨਾਂ ਦੇ ਨਾਲ ਇਹਨਾਂ ਦੀ ਤੂੰ ਮੈਂ ਹੋਈ, ਇਹਨਾਂ ਦੇ ਆਪਸ ਵਿੱਚ ਜਿਹੜੇ ਮਨਭੇਦ ਸੀਗੇ ਉਹ ਹੋਏ। ਲੇਕਿਨ ਜਦੋਂ ਉਹਨਾਂ ਨੇ ਮਾਫੀ ਮੰਗ ਲਈ ਅਫਸਰਾਂ ਨੇ ਤੇ ਉਦੋਂ ਜਿੰਨੇ ਇਹ ਘਪਲੇ ਸੀ ਸਾਰੇ ਉਹ ਛੱਡ ਦਿੱਤੇ ਗਏ। ਤੇ ਹੁਣ ਜਿਹੜੀ ਇਹ ਉਦੋਂ ਕਹਿੰਦੇ ਸੀ ਕਿ ਪੰਜਾਬ ਸਰਕਾਰ ਨੂੰ ਘਾਟਾ ਪਿਆ ਤੇ ਉਹ ਘਾਟਾ ਪੂਰਾ ਹੋ ਗਿਆ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਐਡੀ ਵੱਡੀ ਜਿਹੜੇ ਫੈਸਲੇ ਲੈ ਕੇ ਇਤਿਹਾਸ ਦੇ ਪੰਨਿਆਂ ਤੇ ਲਿਖੇ ਜਾਣ ਵਾਲੇ ਫੈਸਲੇ ਕੀਤੇ ਹੈ, ਉਹਨਾਂ ਦਾ ਅਸੀਂ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਔਰ ਉਹਨਾਂ ਨੇ ਜੋ ਕਿਹਾ ਗਰਾਊਂਡ ਲੈਵਲ ਤੱਕ ਉਹਨਾਂ ਨੇ ਉਹਨੂੰ ਪੂਰਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਤੋ ਇਸ ਕਰਕੇ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੇ ਜੋ ਵਾਅਦੇ ਕੀਤੇ ਆ ਉਹ ਪੂਰੇ ਕਰਨਗੇ ਤੇ ਇਸ ਕਰਕੇ ਅਸੀਂ ਅੱਜ ਤੁਹਾਡੇ ਸਾਹਮਣੇ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਬਾਕੀ ਜੋ ਤੁਹਾਡੀ ਕੋਈ ਗੱਲ ਹੈ ਉਹਦਾ ਅਸੀਂ ਜਵਾਬ ਦੇਵਾਂਗੇ। ਬਹੁਤ ਬਹੁਤ ਧੰਨਵਾਦ।